ਹਨੀ ਵਾਲੀਆ ਸ਼ੋਜ਼ ਦੇ ਇਹ ਸੈਗਮੈਂਟ 7 ਸਮੁੰਦਰੋਂ ਪਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਸ਼ੋਜ਼ ਦੇ ਵਿੱਚ ਜਿਹੜਾ ਵੀਜ਼ਾਸ ਨੂੰ ਲੈ ਕੇ ਇਮੀਗ੍ਰੇਸ਼ਨ ਜਿਹੜੇ ਲਾਜ਼ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਐਕਸਪਰਟ ਆਉਂਦੇ ਨੇ, ਕੋਈ ਨਾ ਕੋਈ ਐਕਸਪਰਟ ਜਿਹੜਾ ਹੈ ਕਿ ਤੁਹਾਨੂੰ ਜਾਣਕਾਰੀ ਦਿੰਦਾ। ਐਲਬਰਟਾ ਦੇ ਵਿੱਚ, ਐਡਮਿੰਟਨ ਦੇ ਵਿੱਚ ਸਾਡੇ ਜਿੰਨੇ ਵੀ ਵਿਊਅਰਸ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਇਹਨਾਂ ਸ਼ੋਜ਼ ਨੂੰ ਇੰਨਾ ਪਿਆਰ ਦੇ ਰਹੇ ਹੈ। ਦੋਸਤੋ, ਦਰਸ਼ਕੋ, ਸਾਰੇ ਸਾਡੇ ਇਹ ਸ਼ੋਜ਼ ਨੇ, ਇਹ ਸਾਡੇ ਜਿਹੜੇ ਅਸੀਂ ਗੈਸਟ ਨੂੰ ਬੁਲਾਉਂਦੇ ਹਾਂ, ਅਸੀਂ ਸਿਰਫ ਤੁਹਾਡੇ ਦਰਸ਼ਕਾਂ ਦੀ ਹੈਲਪ, ਤੁਹਾਡੇ ਦਰਸ਼ਕਾਂ ਦੀ ਡਿਮਾਂਡ ਦੇ ਉੱਤੇ ਬੁਲਾਉਂਦੇ ਹਾਂ, ਤਾਂ ਕਿ ਤੁਹਾਡੇ ਜਿਹੜੇ ਪੁੱਛੇ ਗਏ ਸਵਾਲ ਹੁੰਦੇ ਨੇ, ਤੁਸੀਂ ਸਾਨੂੰ ਜਿਹੜਾ ਸਵਾਲ ਕਰਦੇ ਹੋ ਸਾਡੇ ਇਹਨਾਂ ਸ਼ੋਜ਼ ਦੇ ਥੱਲੇ ਸਾਨੂੰ ਸਵਾਲ ਕਰਦੇ ਹੋ, ਉਹਨਾਂ ਸਾਰੇ ਸਵਾਲਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਦਫਾ ਫਿਰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਸ਼ੋਜ਼ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ, ਚਾਹੇ ਸਟੂਡੈਂਟ ਵੀਜ਼ਾ ਦੀ ਗੱਲ ਕਰ ਲਈਏ, ਵਰਕ ਪਰਮਿਟਸ ਦੀ ਗੱਲ ਕਰ ਲਈਏ, ਜਾਂ ਫਿਰ LMIS ਦੀ ਗੱਲ ਕਰ ਲਈਏ, ਜਾਂ ਫਿਰ ਫੈਮਿਲੀ ਵੀਜ਼ਾ ਦੀ ਗੱਲ ਕਰ ਲਈਏ, ਸਪਾਊਸ ਵੀਜ਼ਾ ਦੀ ਗੱਲ ਕਰ ਲਈਏ, ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈਗਾ, ਸੁਪਰ ਵੀਜ਼ਾ ਦੀ ਗੱਲ ਕਰ ਲਈਏ, ਤੁਹਾਨੂੰ ਜ਼ਰੂਰਤ ਹੈਗੀ ਹੈ ਤਾਂ ਤੁਹਾਨੂੰ ਕਿਸੇ ਨਾ ਕਿਸੇ ਇੱਕ ਕੁਆਲੀਫਾਈਡ ਜਿਹੜਾ ਹੈਗਾ ਲਾਇਰ ਦੀ, ਕੁਆਲੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਦੀ ਜ਼ਰੂਰਤ ਪੈਂਦੀ ਹੈ। ਉਹ ਸਾਡੇ ਨਾਲ ਇਸ ਪਲੇਟਫਾਰਮ ਦੇ ਰਾਹੀਂ ਜੁੜਦੇ ਨੇ, ਜਿਹੜੇ ਕਿ ਤੁਹਾਨੂੰ ਇਨਫੋਰਮ ਕਰਦੇ ਨੇ, ਇਨਫੋਰਮੇਸ਼ਨ ਦਿੰਦੇ ਨੇ। ਅੱਜ ਅਸੀਂ ਇੱਕ ਬੜੇ ਹੀ ਸੁਲਝੇ ਹੋਏ ਜਿਹੜੇ ਹੈਗੇ ਨੇ ਲਾਅ ਆਫਿਸ ਤੋਂ ਮਿਸਟਰ ਬਿਕਰਮਜੀਤ ਸਿੰਘ ਜੀ ਨੂੰ ਬੁਲਾਇਆ, ਜਿਹੜੇ ਕਿ ਇੱਕ ਬੈਰਿਸਟਰ ਅਤੇ ਸੋਲੀਸਿਟਰ ਨੇ। ਤਾਂ ਬਿਕਰਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਵਾਲੀਆ ਸਾਹਿਬ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਸਾਰਿਆਂ ਨਾਲ ਗੱਲਬਾਤ ਕਰਨ ਦਾ। ਜੀ, ਤਾਂ ਦੋਸਤੋ, ਮੈਂ ਬਿਕਰਮਜੀਤ ਸਿੰਘ ਜੀ, ਜਿੱਦਾਂ ਕਿ ਤੁਹਾਨੂੰ ਦੱਸ ਚੁੱਕਿਆ ਕਿ ਬੈਰਿਸਟਰ ਐਂਡ ਸੋਲੀਸਿਟਰ ਨੇ, ਤਾਂ ਇਹਨਾਂ ਦਾ ਜਿਹੜੇ ਹੈਗੇ BK ਲਾਅ ਆਫਿਸ ਹੈਗਾ ਇਹਨਾਂ ਦਾ, ਅਤੇ ਇਹਨਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀਆਂ ਵੀਜ਼ਾ ਦੇ ਪ੍ਰਤੀ ਦੀ ਸਰਵਿਸਿਜ਼ ਹੁੰਦੀਆਂ ਨੇ। ਇਸ ਤੋਂ ਇਲਾਵਾ ਹੋਰ ਕਾਫੀ ਤਰ੍ਹਾਂ ਦੀਆਂ ਸਰਵਿਸਿਜ਼ ਹੁੰਦੀਆਂ ਨੇ, ਉਹ ਆਪਾਂ ਇਹਨਾਂ ਤੋਂ ਜ਼ਰੂਰ ਪੁੱਛਾਂਗੇ। ਤਾਂ ਬਿਕਰਮ ਜੀ, ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਆਫਿਸ ਜਿਹੜਾ ਹੈਗਾ ਤੁਹਾਡਾ BK ਲਾਅ ਆਫਿਸ ਹੈਗਾ, ਕਿਸ ਤਰ੍ਹਾਂ ਦੀ ਸਰਵਿਸਿਜ਼ ਤੁਸੀਂ ਜਿਹੜੀ ਪ੍ਰੋਵਾਈਡ ਕਰਦੇ ਹੋ? ਜੀ, BK ਲਾਅ ਆਫਿਸ ਦੇ ਉੱਪਰ ਹਰ ਇੱਕ ਤਰ੍ਹਾਂ ਦੀ ਕੈਨੇਡੀਅਨ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਲਾਜ਼ ਦੀਆਂ ਐਪਲੀਕੇਸ਼ਨਸ ਹੋ ਗਈਆਂ ਜੀ। ਉਸ ਤੋਂ ਇਲਾਵਾ ਇਮੀਗ੍ਰੇਸ਼ਨ, ਰਿਫਿਊਜੀ, ਸਿਟੀਜ਼ਨਸ਼ਿਪ, ਕੋਰਟ ਵਰਕ ਹੋ ਗਿਆ ਜੀ, ਫੈਡਰਲ ਕੋਰਟ ਦੀਆਂ ਐਪਲੀਕੇਸ਼ਨਸ ਹੋ ਗਈਆਂ। ਸੋ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਉਹਨਾਂ ਨਾਲ ਡੀਲ ਕਰਦੇ ਆ, ਕੋਰਟ ਵਰਕ ਦੇ ਨਾਲ ਡੀਲ ਕਰਦੇ ਆ ਜੀ। ਰਾਈਟ। ਤਾਂ ਦੋਸਤੋ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਅਗਰ ਕਿਸੇ ਵੀ ਤਰ੍ਹਾਂ ਦੇ ਵੀਜ਼ਾਸ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਸਾਨੂੰ ਜਿਹੜਾ ਹੈਗਾ ਨੀਚੇ ਕਮੈਂਟ ਕਰ ਸਕਦੇ ਹੋ। ਸਪੈਸ਼ਲੀ ਸਾਡੇ ਇਹਨਾਂ ਸ਼ੋਜ਼ ਨੂੰ ਤੁਸੀਂ ਦੇਖਣ ਦੇ ਲਈ ਸਾਡਾ ਹਨੀ ਵਾਲੀਆ ਸ਼ੋਜ਼, ਤੁਸੀਂ ਸਾਡਾ ਫੇਸਬੁੱਕ ਪੇਜ ਲਾਈਕ ਕਰ ਸਕਦੇ ਹੋ, ਸਾਡਾ YouTube ਚੈਨਲ ਹਨੀ ਵਾਲੀਆ ਸ਼ੋਜ਼ ਨੂੰ ਸਬਸਕ੍ਰਾਈਬ ਕਰਕੇ ਉਹਦੇ ਬੈਲ ਦਾ ਬਟਨ ਦਬਾ ਕੇ, ਤਾਂ ਕਿ ਸਾਡੇ ਜਿਹੜੇ ਰੋਜ਼ਾਨਾ ਸਾਡੇ ਸ਼ੋਜ਼ ਤੁਹਾਡੇ ਤੱਕ ਪਹੁੰਚਦੇ ਨੇ, ਚਾਹੇ ਉਹ ਇਮੀਗ੍ਰੇਸ਼ਨ ਰਿਲੇਟਡ ਹੋਣ, ਚਾਹੇ ਤੁਹਾਨੂੰ ਪ੍ਰੋਪਰਟੀ, ਆਪਣਾ ਸੁਪਨਿਆਂ ਦਾ ਘਰ ਲੈਣਾ ਚਾਹੁੰਦੇ ਹੋ, ਜਾਂ ਫਿਰ ਇੰਸ਼ੋਰੈਂਸ ਦੇ ਰਿਲੇਟਡ ਹੋਣ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਹੈਗੀ ਹੈ ਰੋਜ਼ਾਨਾ ਦੀ ਜ਼ਿੰਦਗੀ ਦੇ ਲਈ, ਤਾਂ ਸਾਡੇ ਨਾਲ ਐਕਸਪਰਟਸ ਦੇ ਰਾਹੀਂ, ਸਾਡੇ ਜਿਹੜੇ ਐਕਸਪਰਟ ਅਸੀਂ ਬੁਲਾਉਂਦੇ ਹਾਂ, ਤਾਂ ਉਹ ਤੁਹਾਨੂੰ ਜਿਹੜੀਆਂ ਹੈਲਪ ਕਰਦੇ ਰਹਿਣਗੇ। ਤਾਂ ਆਪਾਂ ਅੱਜ ਦੀ ਅਗਰ ਆਪਾਂ ਗੱਲ ਕਰੀਏ ਸਰ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੈਗੇ ਲਾਅ ਆਫਿਸਰਸ ਦੀ ਗੱਲ ਕਰਦੇ ਹਾਂ, ਜ਼ਿਆਦਾਤਰ ਡਿਮਾਂਡਿੰਗ ਜਿਹੜੇ ਤੁਹਾਡੇ ਕੋਲ ਕੇਸਿਸ ਆ, ਡਿਮਾਂਡਿੰਗ ਕੁਐਰੀਜ਼ ਦੀ ਗੱਲ ਕਰਦੇ ਹਾਂ ਆਪਾਂ, ਕਿਸ ਤਰ੍ਹਾਂ ਦੀਆਂ ਕੁਐਰੀਜ਼ ਤੁਸੀਂ ਸੋਲਵ ਕਰਦੇ ਹੋ? ਜ਼ਿਆਦਾਤਰ ਕਿਸ ਤਰ੍ਹਾਂ ਦੀਆਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਕਲੀਅਰ ਕਰਨਾ ਚਾਹੁੰਦੇ ਹੋ? ਕਾਫੀ ਤਰ੍ਹਾਂ ਦੀ ਐਪਲੀਕੇਸ਼ਨ ਹੁੰਦੀਆਂ। ਮੋਸਟਲੀ ਕਈ ਵਾਰ ਕੀ ਹੁੰਦਾ ਕਿ ਜੇਕਰ ਕਿਸੇ ਨੇ ਕੋਈ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਆ, ਆਊਟਸਾਈਡ ਕੈਨੇਡਾ ਕਈ ਲੋਕ ਐਪਲੀਕੇਸ਼ਨ ਆਪਣੀ ਲਗਾਉਂਦੇ ਆ, ਰਾਈਟ। ਸੋ ਉਹਦੇ ਵਿੱਚ ਕਈ ਵਾਰੀ ਜਿਹੜੇ ਏਜੰਟਸ ਉੱਥੇ ਬੈਠੇ ਆ ਪ੍ਰੋਪਰਲੀ ਗਾਈਡ ਨਹੀਂ ਕਰਦੇ, ਜਿਸ ਕਰਕੇ ਕੋਈ ਗਲਤ ਇਨਫੋਰਮੇਸ਼ਨ ਐਪਲੀਕੇਸ਼ਨ 'ਚ ਦੇ ਦਿੱਤੀ ਜਾਂਦੀ ਆ ਜੀ, ਜਿਹਦੇ ਕਰਕੇ ਮਿਸ ਰਿਪਰੈਜ਼ੈਂਟੇਸ਼ਨ ਦੇ ਚਾਰਜਸ ਵਗੈਰਾ ਲੱਗ ਜਾਂਦੇ ਕਈ ਵਾਰ ਐਪਲੀਕੈਂਟਸ ਦੇ ਉੱਪਰ। ਸੋ ਸਾਡੇ ਕੋਲ ਅਪਰੋਚ ਕਰਦੇ ਆ ਕਿ ਜੁਡੀਸ਼ੀਅਲ ਰਿਵਿਊ ਦੀ ਐਪਲੀਕੇਸ਼ਨ ਜਿਹੜੀ ਉਹ ਲਗਾਈ ਜਾਵੇ ਜੀ। ਉਸ ਤੋਂ ਇਲਾਵਾ ਵਿਦ ਇਨ ਕੈਨੇਡਾ ਜਿਹੜੇ ਹੈਗੇ ਆ, ਕਈ ਵਾਰ ਰਿਮੂਵਲ ਆਰਡਰ ਇਸ਼ੂ ਕੀਤਾ ਜਾਂਦਾ CBSA ਵੱਲੋਂ, ਜਾਂ ਕੋਈ ਡਿਪੋਰਟੇਸ਼ਨ ਆਰਡਰ ਇਸ਼ੂ ਕੀਤਾ ਜਾਂਦਾ CBSA ਵੱਲੋਂ। ਸੋ ਉਹਦੀ ਸਟੇ ਦੀਆਂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਵਾ, ਉਹਦੀਆਂ ਵੀ ਕਾਫੀ ਐਪਲੀਕੇਸ਼ਨਸ ਵਾਸਤੇ ਲੋਕ ਸਾਡੇ ਕੋਲ ਅਪਰੋਚ ਕਰਦੇ ਆ। ਲਾਈਕ ਲਾਅ ਐਂਡ ਆਰਡਰ ਨੂੰ ਲੈ ਕੇ, ਖਾਸ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੁਐਰੀ ਹੈਗੀ ਹੈ, ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਉਹ ਤੁਹਾਡੇ ਤੱਕ ਉਹਨਾਂ ਨੂੰ ਪਹੁੰਚਣ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਉਹਨੂੰ ਹਰ ਇੱਕ ਤਰ੍ਹਾਂ ਨੂੰ ਕੋਰਟ ਵਿੱਚ ਜਾ ਕੇ ਲਾਈਕ ਉਹ ਤੁਸੀਂ ਇੱਕ ਫਾਈਟ ਕਰ ਸਕਦੇ ਹੋ ਉਹਨਾਂ ਦੇ। ਬਿਲਕੁਲ ਜੀ, ਬਿਲਕੁਲ ਜੀ ਬਿਲਕੁਲ। ਅੱਛਾ ਸਰ, ਅਗਰ ਆਪਾਂ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰੀਏ, ਵੀਜ਼ਾਸ ਦੀ ਗੱਲ ਕਰੀਏ, ਹਰ ਇੱਕ ਤਰ੍ਹਾਂ ਦੇ ਵੀਜ਼ਾ ਨੇ ਇੱਥੇ। ਕੋਈ, ਕਿਉਂਕਿ ਸਾਡੇ ਜਿਹੜੇ ਦੂਰ ਦਰਾਡੇ ਤੋਂ ਇੱਥੇ ਸਾਡੇ ਸਾਰੇ ਦਰਸ਼ਕ ਬੈਠੇ ਨੇ, ਕੋਈ ਆਪਣਾ ਪਰਿਵਾਰ ਨੂੰ ਪਿੱਛੇ ਛੱਡ ਕੇ ਆਇਆ, ਕੋਈ ਆਪਣੇ ਭੈਣ ਭਰਾ ਨੂੰ ਪਿੱਛੇ ਛੱਡ ਕੇ ਆਇਆ, ਕੋਈ ਆਪਣੀ ਵਾਈਫਸ ਨੂੰ ਪਿੱਛੇ ਛੱਡ ਕੇ ਆਇਆ, ਕੋਈ ਆਪਣੇ ਮਾਂ-ਬਾਪ ਨੂੰ ਪਿੱਛੇ ਛੱਡ ਕੇ ਆਇਆ। ਵੀਜ਼ਾਸ ਦੀ ਗੱਲ ਹੁੰਦੀ ਹੈ, ਬੜੀ ਤਰ੍ਹਾਂ ਦੇ ਵੀਜ਼ਾਸ ਹੁੰਦੇ ਨੇ, ਤੁਸੀਂ ਹਰ ਇੱਕ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਜਿਹੜੀ ਗਾਈਡੈਂਸ ਦਿੰਦੇ ਹੋ। ਲੇਕਿਨ ਜਿਹੜਾ ਜ਼ਿਆਦਾਤਰ ਕੁਝ ਇੱਦਾਂ ਦੇ ਵੀਜ਼ਾਸ ਹੋਏ ਆ, ਕਿਉਂਕਿ ਅਸੀਂ LMIs ਦੇ ਨਾਂ ਸੁਣਦੇ ਹਾਂ, ਵਰਕ ਪਰਮਿਟਸ ਦਾ ਨਾਂ ਸੁਣਦੇ ਹਾਂ, ਵਿਜ਼ਟਰ ਵੀਜ਼ਾ ਦਾ ਨਾਂ ਸੁਣਦੇ ਹਾਂ, ਟੂਰਿਸਟ ਵੀਜ਼ਾ ਦਾ ਨਾਮ ਸੁਣਦੇ ਹਾਂ, ਅਤੇ ਕੁਛ ਅਲੱਗ ਤਰ੍ਹਾਂ ਦੇ ਕੁਛ ਇੱਦਾਂ ਦੇ ਵੀਜ਼ਾਸ ਦੇ ਬਾਰੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਕਿ ਉਹ ਅਣਛੋਇਆ ਰਹਿ ਜਾਂਦਾ, ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਕੁਛ ਅਜਿਹੇ ਵੀਜ਼ੇ ਹੁੰਦੇ ਨੇ ਜਿਹੜੇ ਪਰਿਵਾਰਾਂ ਨੂੰ, ਜਿਨ੍ਹਾਂ ਦੇ ਪਰਿਵਾਰ ਪਿੱਛੇ ਰਹਿ ਚੁੱਕੇ ਨੇ, ਉਹਨਾਂ ਨੂੰ ਕਿਸੇ ਢੰਗ ਦੇ ਨਾਲ ਬੁਲਾਇਆ ਜਾ ਸਕੇ, ਬੜੇ ਲੀਗਲ ਢੰਗ ਦੇ ਨਾਲ, ਸੌਖੇ ਢੰਗ ਦੇ ਨਾਲ ਬੁਲਾਇਆ ਜਾ ਸਕੇ। ਜਿਹੜੀ ਵੀਜ਼ੇ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਉਹ ਕੁਝ ਇਸ ਤਰ੍ਹਾਂ ਦਾ ਹੀ ਆ, ਕਿਉਂਕਿ ਉਸ ਵੀਜ਼ੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਸ ਤਰ੍ਹਾਂ ਦੀ ਐਪਲੀਕੇਸ਼ਨਸ ਵੀ ਲੱਗਦੀਆਂ, ਰਾਈਟ।
ਸੋ ਉਸ ਦਾ ਨਾਂ ਹੈਗਾ ਵਾ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨ, ਜਿਹਨੂੰ ਕਿ HNC ਐਪਲੀਕੇਸ਼ਨ ਵੀ ਕਿਹਾ ਜਾਂਦਾ ਵਾ ਜੀ। ਸੋ ਜੇਕਰ ਕੋਈ ਐਪਲੀਕੈਂਟ ਹੋਰ ਕਿਸੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਲਈ ਐਲੀਜੀਬਲ ਨਹੀਂ ਹੈਗਾ, ਤਾਂ ਕੁਝ ਸਿਚੁਏਸ਼ਨਸ ਦੇ ਵਿੱਚ ਉਹ ਐਪਲੀਕੈਂਟ HNC ਐਪਲੀਕੇਸ਼ਨ ਦੇ ਰਾਹੀਂ ਕੈਨੇਡਾ ਦੇ ਵਿੱਚ ਪੱਕਾ ਹੋ ਸਕਦਾ ਵਾ ਜੀ। ਇਹ HNC ਐਪਲੀਕੇਸ਼ਨ ਦਾ ਅਗਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰੀਏ, ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ, ਕਿਸ ਤਰ੍ਹਾਂ ਦੀ ਤੁਸੀਂ ਜਿਹੜੇ ਹੈਗੇ ਨੇ ਵੀਜ਼ਾ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਵੀਜ਼ਾ ਹੁੰਦਾ, ਕਿਹਨਾਂ ਨੂੰ ਇਹਦੇ ਵਿੱਚ ਐਪਲੀਕੈਂਟ ਕੌਣ ਹੁੰਦੇ ਨੇ ਇਹਦੇ ਵਿੱਚ? ਇਹਦੇ ਵਿੱਚ ਐਪਲੀਕੈਂਟਸ ਉਹ ਹੁੰਦੇ ਆ ਜੇਕਰ ਆਪਾਂ ਮੰਨ ਲਈਏ ਕਿ ਕਿਉਂਕਿ ਇਮੀਗ੍ਰੇਸ਼ਨ ਜਿਹੜਾ ਲਾਅ ਹੈਗਾ ਵਾ ਉਹਦੀਆਂ ਕਾਫੀ ਰਿਕੁਆਇਰਮੈਂਟਸ ਹੈਗੀਆਂ, ਹਰ ਇੱਕ ਐਪਲੀਕੇਸ਼ਨ ਉਹਦੀਆਂ ਰਿਕੁਆਇਰਮੈਂਟਸ ਹੈਗੀਆਂ ਜੀ। ਕਈ ਵਾਰੀ ਕੀ ਹੁੰਦਾ ਵਾ ਕਿ ਕੋਈ ਇਨਸਾਨ ਕਿਸੇ ਐਪਲੀਕੇਸ਼ਨ ਦੇ ਵਾਸਤੇ ਜਾਂ ਕਿਸੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਹੀ ਨਹੀਂ ਹੁੰਦਾ, ਠੀਕ ਹੈ, ਜਾਂ ਉਹ ਇਨਐਡਮਿਸਿਬਲ ਹੈਗਾ ਕਿਸੇ ਪ੍ਰੋਗਰਾਮ ਦੇ ਵਾਸਤੇ, ਚਾਹੇ ਉਹਦਾ ਕੋਈ ਵੀ ਰੀਜ਼ਨ ਹੋਵੇ। ਸੋ ਉਹਦੇ ਵਾਸਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ HNC ਐਪਲੀਕੇਸ਼ਨ ਬਣਾਈ ਹੋਈ ਆ। ਉਸ ਐਪਲੀਕੇਸ਼ਨ ਦੇ ਕੁਝ ਫੈਕਟਰਸ ਹੈਗੇ ਆ, ਜੇਕਰ ਉਹ ਫੈਕਟਰਸ ਦੇ ਜਦੋਂ ਅਸੈਸਮੈਂਟ ਹੁੰਦੀ ਹੈ, ਜੇਕਰ ਐਪਲੀਕੈਂਟ ਉਹ ਸਾਰੇ ਫੈਕਟਰਸ ਪਾਸ ਕਰ ਜਾਂਦਾ ਵਾ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਵਾ ਉਸ ਬੰਦੇ ਨੂੰ ਪਰਮਾਨੈਂਟ ਰੈਜ਼ੀਡੈਂਸੀ ਕੈਨੇਡਾ ਵਿੱਚ ਦੇ ਸਕਦਾ ਵਾ ਜੀ। ਸੋ ਜੇਕਰ ਆਪਾਂ ਦੇਖੀਏ ਕਿ ਪਿਛਲੇ 2008 ਤੋਂ ਲੈ ਕੇ 2017 ਤੱਕ ਜੀ ਟੋਟਲ ਜਿਹੜੇ ਹੈਗੇ ਆ 34,825 ਐਪਲੀਕੈਂਟ ਜਿਹੜੇ ਹੈਗੇ ਆ HNC ਐਪਲੀਕੇਸ਼ਨ ਦੇ ਰਾਹੀਂ ਕੈਨੇਡਾ ਦੇ ਵਿੱਚ ਜਿਹੜੇ ਉਹ ਪੱਕੇ ਹੋਏ ਆ। ਇਹ ਜਿਹੜੇ ਐਪਲੀਕੈਂਟ ਨੇ ਉਹ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਆਊਟ ਆਫ ਕੈਨੇਡਾ ਨੇ, ਜਿਹੜੇ ਕਿ ਆਪਾਂ ਗੱਲ ਕਰੀਏ ਜਾਂ ਇੰਡੀਆ ਦੇ ਵਿੱਚ ਨੇ ਜਾਂ ਪੰਜਾਬ ਦੇ ਵਿੱਚ ਨੇ ਜਾਂ ਕਿਤੇ ਵੀ ਨੇ, ਉਹਨਾਂ ਐਪਲੀਕੈਂਟਸ ਦੀ ਗੱਲ ਕਰ ਰਹੇ ਹੋ ਤੁਸੀਂ? ਜਿਹੜੀ HNC ਐਪਲੀਕੇਸ਼ਨ ਹੈਗੀ ਆ ਇਹ ਦੋ ਤਰ੍ਹਾਂ ਦੀ ਆ ਜੀ, ਇਨਸਾਈਡ ਕੈਨੇਡਾ ਵੀ ਹੈਗੀ ਆ, ਆਊਟਸਾਈਡ ਕੈਨੇਡਾ ਵੀ ਹੈਗੀ ਆ ਜੀ। ਸੋ ਜਿਹੜੀ ਇਨਸਾਈਡ ਕੈਨੇਡਾ ਐਪਲੀਕੇਸ਼ਨ ਆ ਉਹਦੇ ਵਿੱਚ ਉਹਦਾ ਕ੍ਰਾਈਟੇਰੀਆ ਅਲੱਗ ਹੈਗਾ ਵਾ ਜੀ। ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਡਿਫਰੈਂਟ ਜਿਹੜਾ ਹੈਗਾ ਵਾ ਆਫਿਸ ਉੱਥੇ ਸੈਂਡ ਕਰਨੀ ਹੁੰਦੀ ਆ। ਜਿਹੜੀ ਆਊਟਸਾਈਡ ਕੈਨੇਡਾ HNC ਐਪਲੀਕੇਸ਼ਨ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਮੇਨ ਐਪਲੀਕੇਸ਼ਨ ਜਿਹੜੀ ਹੈਗੀ ਐਪਲੀਕੈਂਟ ਉਹ ਲਗਾਉਂਦਾ, ਉਹਦੇ ਨਾਲ ਆਪਣੀ HNC ਦੀਆਂ ਗਰਾਊਂਡਸ ਲਗਾ ਦਿੰਦਾ ਇੱਕ ਐਪਲੀਕੇਸ਼ਨ ਜਿਹੜੀ ਜਿਸ ਤਰ੍ਹਾਂ ਆਪਾਂ ਜੇ ਮੰਨ ਲਈਏ ਕਿ ਕਿਸੇ ਵੀ ਕੈਟਾਗਰੀ ਦੇ ਵਿੱਚ ਚਾਹੇ ਪੇਰੈਂਟਸ ਦੀ ਐਪਲੀਕੇਸ਼ਨ ਹੈਗੀ ਆ, ਪੇਰੈਂਟ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਹੈਗੀ ਆ, ਚਾਹੇ ਸਪਾਊਸਲ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਹੈਗੀ ਆ, ਜੇ ਉਹਦੇ ਵਿੱਚ ਕੁਝ ਕੰਡੀਸ਼ਨਸ ਹੈਗੀਆਂ ਇਮੀਗ੍ਰੇਸ਼ਨ ਲਾਜ਼ ਦੀਆਂ, ਜੇਕਰ ਐਪਲੀਕੈਂਟ ਉਹ ਕੰਡੀਸ਼ਨਸ ਫੁਲਫਿਲ ਨਹੀਂ ਕਰ ਪਾਉਂਦਾ, ਸੋ ਉਹਦੇ ਵਿੱਚ ਕੀ ਆ ਉਹ HNC ਦੀ ਰਿਕੁਐਸਟ ਕਰ ਸਕਦਾ ਨਾਲ ਕਿ ਆਹ ਵਾਲੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਵਾ ਇਹਨਾਂ ਕਾਰਨਾਂ ਕਰਕੇ ਉਹ ਨਹੀਂ ਪੂਰੀਆਂ ਕਰ ਸਕਦਾ, ਜਿਹਦੇ ਕਰਕੇ ਉਸ ਨੂੰ ਮਿਨਿਸਟਰ ਤੋਂ ਐਗਜ਼ੰਪਸ਼ਨ ਦੇ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਸਕੇ। ਜੀ ਬਿਲਕੁਲ। ਤਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾਲ ਬਿਕਰਮਜੀਤ ਸਿੰਘ ਜੀ ਨੇ ਜਿਹੜੇ ਕਿ ਬੈਰਿਸਟਰ ਐਂਡ ਸੋਲੀਸਿਟਰ ਨੇ। ਤਾਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਦੀ ਗੱਲ ਕਰ ਰਹੇ ਹਾਂ। ਤਾਂ HNC ਜਿਹੜੀ ਫਾਈਲ ਹੈ ਜਾਂ ਜਿਹੜਾ ਹੈਗਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ HNC ਦੇ ਥਰੂ, ਤੁਸੀਂ ਜਿਹੜੀ ਹੈਗੀ ਆਪਣੀ ਐਪਲੀਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ BK ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦੀ ਜਿਹੜੀ ਡਿਟੇਲ ਹੈਗੀ ਅਸੀਂ ਪ੍ਰੋਗਰਾਮ ਦੇ ਬਾਅਦ ਦੇ ਵਿੱਚ ਜ਼ਰੂਰ ਦੱਸਾਂਗੇ। ਇਹਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸ਼ੋਜ਼ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜੁੜ ਸਕਦੇ ਹੋ ਤਾਂ ਕਿ ਤੁਹਾਨੂੰ ਘਰੇ ਬੈਠੇ ਬਿਠਾਏ ਜਿਹੜੀ ਜਾਣਕਾਰੀ ਮਿਲ ਸਕੇ। ਅੱਛਾ ਸਰ, ਜਿਹੜੀ HNC ਐਪਲੀਕੇਸ਼ਨ ਹੈਗੀ ਹੈ ਇਹਦਾ ਜਿਹੜਾ ਪ੍ਰੋਸੈਸ ਹੈਗਾ ਇਹ ਕਿੱਦਾਂ ਦਾ ਪ੍ਰੋਸੈਸ ਹੈਗਾ ਕੈਨੇਡਾ ਦੇ ਵਿੱਚ? ਜੇਕਰ ਆਪਾਂ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਦਾ ਪ੍ਰੋਸੈਸ ਕੀ ਹੈਗਾ HNC ਐਪਲੀਕੇਸ਼ਨ ਦਾ? ਕੈਨੇਡਾ ਵਿੱਚ ਦੀ ਪ੍ਰੋਸੈਸਿੰਗ ਇਸ ਤਰ੍ਹਾਂ ਜੀ, ਇਹ 2 ਸਟੇਜ ਪ੍ਰੋਸੈਸ ਵਾਲੀ ਐਪਲੀਕੇਸ਼ਨ ਹੈਗੀ ਆ ਜੀ। ਜਿਹੜੀ ਇਹਦੀ ਸਟੇਜ 1 ਹੈਗੀ ਆ, ਸਟੇਜ 1 ਦੇ ਉੱਪਰ ਪਹਿਲੋਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਜਿਹੜੇ ਫੈਕਟਰਸ ਹੈਗੇ ਐਪਲੀਕੈਂਟਸ ਦੇ, ਉਹਨਾਂ ਦੀ ਅਸੈਸਮੈਂਟ ਕੀਤੀ ਜਾਂਦੀ ਆ ਕਿ ਜਿਹੜਾ ਐਪਲੀਕੈਂਟ ਆ ਉਹਦੀਆਂ ਕਿਹੜੀਆਂ ਕੰਡੀਸ਼ਨਸ ਹੈਗੀਆਂ ਜਿਹਦੇ ਕਰਕੇ ਉਹਨੂੰ ਐਗਜ਼ੰਪਟ ਕਰ ਦਿੱਤਾ ਜਾਵੇ, ਜਾਂ ਉਹਨੂੰ ਜਿਹੜੀਆਂ ਕੰਡੀਸ਼ਨਸ ਹੈਗੀਆਂ ਵਾ ਇਮੀਗ੍ਰੇਸ਼ਨ ਲਾਜ਼ ਦੀਆਂ ਉਹਨਾਂ ਤੋਂ ਲਾਜ਼ ਤੋਂ ਉੱਪਰ ਉਹਨੂੰ ਛੋੜ ਦੇ ਦਿੱਤੀ ਜਾਵੇ ਜੀ। ਸੋ ਜੇਕਰ ਐਪਲੀਕੈਂਟ ਜਿਹੜਾ ਵਿਦਨ ਕੈਨੇਡਾ ਐਪਲੀਕੈਂਟ ਹੈਗਾ, ਜੇਕਰ ਉਹ ਫਸਟ ਸਟੇਜ ਨੂੰ ਪਾਸ ਕਰ ਜਾਂਦਾ ਵਾ ਜੀ, ਉਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਨੂੰ ਵਰਕ ਪਰਮਿਟ ਇਸ਼ੂ ਕਰ ਸਕਦਾ ਜੀ, ਤੇ ਉਸ ਐਪਲੀਕੈਂਟ ਦੀ ਐਪਲੀਕੇਸ਼ਨ ਜਿਹੜੀ ਹੈਗੀ ਉਹ ਸੈਕੰਡ ਸਟੇਜ ਤੇ ਪਹੁੰਚ ਜਾਂਦੀ ਉਸ ਤੋਂ ਬਾਅਦ ਜੀ। ਸੋ ਸੈਕੰਡ ਸਟੇਜ ਦੇ ਉੱਪਰ ਜਿਹੜੀ ਅਸੈਸਮੈਂਟ ਹੁੰਦੀ ਆ ਉਹ ਫਿਰ ਪਰਮਾਨੈਂਟ ਰੈਜ਼ੀਡੈਂਸ ਦੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹਦੀ ਅਸੈਸਮੈਂਟ ਹੁੰਦੀ ਆ ਜੀ। ਇਹਦੇ ਵਿੱਚ ਕਾਫੀ ਫੈਕਟਰਸ ਹੁੰਦੇ ਆ ਜਿਹੜੇ ਇਮੀਗ੍ਰੇਸ਼ਨ ਆਫੀਸਰ ਕੰਸੀਡਰ ਕਰਦਾ ਵਾ HNC ਦੀ ਐਪਲੀਕੇਸ਼ਨ ਦੀ ਅਸੈਸਮੈਂਟ ਦੇ ਦੌਰਾਨ ਡਿਸੀਜ਼ਨ ਦੇਣ ਲੱਗਿਆ, ਜਿਵੇਂ ਕਿ ਐਪਲੀਕੈਂਟ ਦੀ ਜਿਹੜੀ ਕੰਟਰੀ ਆਫ ਨੈਸ਼ਨੈਲਿਟੀ ਹੈਗੀ ਆ, ਜਿਸ ਕੰਟਰੀ ਦਾ ਉਹ ਸਿਟੀਜ਼ਨ ਹੈਗਾ ਵਾ, ਉਸ ਕੰਟਰੀ ਦੀਆਂ ਕੰਡੀਸ਼ਨਸ ਕੀ ਹੈਗੀਆਂ ਜੀ, ਐਪਲੀਕੈਂਟ ਨੂੰ ਕਿੰਨਾ ਚਿਰ ਹੋ ਗਿਆ ਕੈਨੇਡਾ ਵਿੱਚ ਰਹਿੰਦੇ ਹੋਏ, ਜਾਂ ਐਪਲੀਕੈਂਟ ਕਿੰਨਾ ਕੁ ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕਦਾ ਕੈਨੇਡਾ ਦੇ ਵਿੱਚ ਜੀ। ਉਸ ਤੋਂ ਇਲਾਵਾ ਐਪਲੀਕੈਂਟ ਦੀਆਂ ਫੈਮਿਲੀ ਕੰਡੀਸ਼ਨਸ ਕੀ ਹੈਗੀਆਂ ਜੀ। ਇਹਨਾਂ ਤੋਂ ਇਲਾਵਾ ਬੈਸਟ ਇੰਟਰਸਟ ਆਫ ਦਾ ਚਾਈਲਡ ਕਾਫੀ ਇੰਪੋਰਟੈਂਟ ਫੈਕਟਰ ਮੰਨਿਆ ਜਾਂਦਾ ਵਾ HNC ਐਪਲੀਕੇਸ਼ਨ ਦੇ ਵਿੱਚ ਜੀ। ਇਹਦਾ ਮਤਲਬ ਇਹ ਆ ਕਿ ਜਿਹੜਾ ਐਪਲੀਕੈਂਟ ਹੈਗਾ ਵਾ, ਜਿਹੜੀ ਉਹਦੀ HNC ਦੀ ਐਪਲੀਕੇਸ਼ਨ ਹੈਗੀ ਆ ਜੀ,
ਉਸ ਦੇ ਡਿਸੀਜਨ ਦਾ ਉਸ ਦੇ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਬੱਚੇ ਦੇ ਉੱਪਰ ਕੀ ਅਸਰ ਪੈਂਦਾ। ਰਾਈਟ। ਹੁਣ ਇਹਦੇ ਵਿੱਚ ਇੱਕ ਗੱਲ ਕਲੀਅਰ ਕਰਨੀ ਬਹੁਤ ਜ਼ਰੂਰੀ ਆ ਕਿ ਜ਼ਰੂਰੀ ਨਹੀਂ ਕਿ ਉਹ ਬੱਚਾ ਕੈਨੇਡਾ ਦੇ ਵਿੱਚ ਹੀ ਹੋਵੇ, ਉਹ ਬੱਚਾ ਕੈਨੇਡਾ ਤੋਂ ਬਾਹਰ ਵੀ ਹੋ ਸਕਦਾ। ਇਸ ਡਿਪਾਰਟਮੈਂਟ ਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਲਿਖਿਆ ਹੋਇਆ ਵਾ ਕਿ ਇਹ ਵੀ ਜ਼ਰੂਰੀ ਨਹੀਂ ਆ ਕਿ ਇੱਕ ਪੇਰੈਂਟ ਤੇ ਚਾਈਲਡ ਦਾ ਰਿਲੇਸ਼ਨਸ਼ਿਪ ਹੀ ਕੰਸੀਡਰ ਕੀਤਾ ਜਾਵੇ, ਕਿ ਜ਼ਰੂਰੀ ਨਹੀਂ ਹੈ ਕਿ ਬੱਚਾ ਤੁਹਾਡਾ ਆਪਣਾ ਹੀ ਹੋ, ਤੁਸੀਂ ਮਾਂ ਪਿਓ ਆਪਣੇ ਬੱਚੇ ਦਾ ਜਿਹੜਾ ਵਾ ਉਹਦਾ ਹੀ ਇਹਦੇ ਵਿੱਚ ਹਵਾਲਾ ਦੇ ਸਕਦੇ, ਉਹਦਾ ਹੀ ਵਾਸਤਾ ਦੇ ਸਕਦੇ ਇਹਦੇ ਵਿੱਚ। ਜ਼ਰੂਰੀ ਨਹੀਂ ਆ। ਜੇਕਰ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਵੀ ਬੱਚਾ ਹੈਗਾ ਜਿਹਦੇ ਉੱਪਰ ਇਸ ਐਪਲੀਕੇਸ਼ਨ ਦਾ ਅਸਰ ਪੈ ਸਕਦਾ ਵਾ, ਤੁਸੀਂ ਉਸ ਬੱਚੇ ਦੇ ਬਾਰੇ ਡਿਟੇਲਸ ਇਹਦੇ ਵਿੱਚ ਪ੍ਰੋਵਾਈਡ ਕਰ ਸਕਦੇ ਜੋ ਡਿਪਾਰਟਮੈਂਟ ਨੂੰ। ਡਿਪਾਰਟਮੈਂਟ ਓਬਵੀਅਸਲੀ ਉਹਨਾਂ ਸਾਰੀਆਂ ਡਿਟੇਲਸ ਨੂੰ ਕੰਸੀਡਰ ਕਰਦਾ ਵਾ। ਜੀ ਬਿਲਕੁਲ ਦੋਸਤੋ, HNC ਐਪਲੀਕੇਸ਼ਨ ਦੇ ਬਾਰੇ ਵਿੱਚ ਤੁਹਾਡੇ ਮਨ ਦੇ ਵਿੱਚ ਸਵਾਲ ਹੈਗੇ ਨੇ ਕੋਈ? ਕਿਉਂਕਿ ਦੇਖੋ ਕਈ ਦਫਾ ਗੱਲ ਹੁੰਦਾ ਕਿ ਅਸੀਂ ਵੀਜ਼ਾਸ ਦੇ ਬਾਰੇ ਗੱਲ ਕਰਦੇ ਹਾਂ, ਅਸੀਂ ਆਨਲਾਈਨ ਸਰਚ ਕਰਕੇ ਬੜੀਆਂ ਚੀਜ਼ਾਂ ਦੇਖ ਲੈਂਦੇ ਹਾਂ, ਲੇਕਿਨ ਅਸੀਂ ਜਦੋਂ ਕੋਈ ਵੀ ਇੱਕ ਇਹੋ ਜਿਹਾ ਸੁਲਝਿਆ ਹੋਇਆ, ਕਿਉਂਕਿ ਇਹ ਸਾਡਾ ਜਿਹੜਾ ਹੈਗਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇੱਕ ਜਿਹੜਾ ਕਦਮ ਹੁੰਦਾ, ਇਸ ਤਰ੍ਹਾਂ ਦੇ ਜਿਹੜੇ ਜਦੋਂ ਡਿਸੀਜ਼ਨ ਲੈਣੇ ਹੁੰਦੇ ਨੇ, ਇਸ ਤਰ੍ਹਾਂ ਦੇ ਅਸੀਂ ਐਪਲੀਕੇਸ਼ਨਸ ਲਗਾਉਣੀਆਂ ਹੁੰਦੀਆਂ ਨੇ, ਉਹਦੇ ਲਈ ਸਾਨੂੰ ਕੋਈ ਨਾ ਕੋਈ ਐਕਸਪਰਟ ਦੀ ਜ਼ਰੂਰਤ ਹੁੰਦੀ ਆ। ਤਾਂ ਉਹਦੇ ਲਈ ਸਾਡੇ ਲਈ ਇਸ ਪ੍ਰੋਗਰਾਮ ਦੇ ਰਾਹੀਂ ਅੱਜ ਸਾਡੇ ਨਾਲ BK ਲਾਅ ਆਫਿਸ ਤੋਂ ਜਿਹੜੇ ਹੈਗੇ ਨੇ ਬਿਕਰਮਜੀਤ ਸਿੰਘ ਜੀ ਨੇ ਆਏ ਨੇ, ਜਿਹੜੇ ਕਿ ਬੈਰਿਸਟਰ ਐਂਡ ਸੋਲੀਸਿਟਰ ਨੇ। ਤਾਂ ਤੁਹਾਨੂੰ ਇਹਨਾਂ ਤੋਂ ਮਦਦ ਲੈਣ ਦੇ ਲਈ ਤੁਸੀਂ ਇਹਨਾਂ ਦੇ ਰੈਗੂਲਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਸਰ ਦਾ ਕੀਮਤੀ ਸਮਾਂ ਅਸੀਂ ਇੱਥੇ ਬੁਲਾਉਂਦੇ ਰਹੀਏ ਤਾਂ ਤੁਹਾਡੇ ਨਾਲ ਜਿਹੜੀ ਹੈਗੀ ਹੋਰ ਵੀਜ਼ਾਸ ਦੇ ਬਾਰੇ ਵਿੱਚ ਹੋਰ ਡਿਟੇਲ ਦੇ ਨਾਲ ਜਾਣਕਾਰੀ ਲੈ ਸਕੀਏ। HNC ਐਪਲੀਕੇਸ਼ਨ ਦੇ ਬਾਰੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਕੋਈ ਸਾਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਆਪਣਾ ਨਾਮ ਲਿਖ ਕੇ, ਆਪਣਾ ਸਵਾਲ ਲਿਖ ਕੇ ਸਾਨੂੰ ਜ਼ਰੂਰ ਨੀਚੇ ਕਮੈਂਟ ਕਰ ਸਕਦੇ ਹੋ। ਸਾਡੇ YouTube ਚੈਨਲ 'ਤੇ ਹੋਰ ਵੀਡੀਓਜ਼ ਪਈਆਂ ਨੇ, ਉਹਨਾਂ ਨੂੰ ਦੇਖ ਸਕਦੇ ਹੋ, ਜਾਂ ਫਿਰ ਸਾਡੇ Facebook ਪੇਜ ਦੇ ਇਹਨਾਂ ਸ਼ੋਜ਼ ਨੂੰ ਤੁਸੀਂ ਕਮੈਂਟ ਕਰਕੇ, ਤਾਂ ਕਿ ਤੁਹਾਨੂੰ ਇੱਕ ਪ੍ਰੋਪਰ ਇਨਫੋਰਮੇਸ਼ਨ ਮਿਲ ਸਕੇ ਅਗਰ ਤੁਸੀਂ ਐਪਲੀਕੇਸ਼ਨ ਅਪਲਾਈ ਕਰ ਚੁੱਕੇ ਹੋ ਜਾਂ ਫਿਰ ਤੁਸੀਂ ਕਰਨ ਜਾ ਰਹੇ ਹੋ, ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਹੈ ਤੁਹਾਡੀ ਜਿਹੜੀ ਹੈਗੀ ਇੱਕ ਐਪਲੀਕੇਸ਼ਨ ਦਾ ਜਿਹੜਾ ਇੱਕ ਸਕਸੈਸ ਰੇਟ ਦੀ ਗੱਲ ਕਰ ਦਿੰਦੇ ਹਾਂ ਤਾਂ ਉਹ ਹੋ ਜਾਂਦਾ। ਅੱਛਾ ਸਰ, ਕੁਛ ਜਿੱਦਾਂ ਸਾਡੇ ਕਿਉਂਕਿ ਸ਼ੋਜ਼ ਚੱਲ ਰਹੇ ਨੇ, ਸਾਡੇ ਕੋਲ ਕੁਛ ਇੱਦਾਂ ਦੀਆਂ ਕੁਐਰੀਜ਼ ਆਈਆਂ ਸੀ ਦੋਸਤੋ। ਅੱਜ ਅਸੀਂ HNC ਐਪਲੀਕੇਸ਼ਨ ਦੇ ਉੱਤੇ ਤਾਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਸਪੈਸ਼ਲੀ ਕੁਛ ਕੁਐਰੀਜ਼ ਆਈਆਂ ਸੀ, ਇਸ ਕਰਕੇ ਅਸੀਂ ਬਿਕਰਮਜੀਤ ਜੀ ਨੂੰ ਇੱਥੇ ਬੁਲਾਇਆ ਹੈਗਾ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਤਾਂ ਕੁਛ ਇੱਦਾਂ ਦੇ ਸਾਡੇ ਦਰਸ਼ਕ ਸੀਗੇ ਜਿਹਨਾਂ ਉਹਨਾਂ ਨੇ ਇੱਕ HNC ਐਪਲੀਕੇਸ਼ਨ ਅਪਲਾਈ ਕੀਤੀ ਹੋਈ ਸੀ, ਲੇਕਿਨ ਉਹ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਕਿਤੇ ਨਾ ਕਿਤੇ ਉਹਨਾਂ ਦੀ ਰਿਜੈਕਸ਼ਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਤਾਂ ਫਿਰ ਉਸ ਦੇ ਵਿੱਚ ਕੀ ਹੋ ਸਕਦਾ ਕਿ ਕੀ ਉਹ ਰੀਅਪਲਾਈ ਦੀ ਆਪਸ਼ਨ ਹੁੰਦੀ ਹੈ ਤਾਂ ਉਹਨਾਂ ਦੇ ਲਈ, ਜਾਂ ਇਸ ਤੋਂ ਇਲਾਵਾ ਉਹਦਾ ਸੋਲਿਊਸ਼ਨ ਕੀ ਹੈਗਾ? ਕਿਉਂਕਿ ਆਲਰੇਡੀ ਅਗਰ ਉਹ ਮਾਯੂਸ ਹੋ ਚੁੱਕੇ ਨੇ, ਕੋਈ ਨਾ ਕੋਈ ਨੈਚੁਰਲ ਗਲਤੀਆਂ ਜਾਂ ਕਈਆਂ ਨੇ ਆਪਣੇ, ਜਿਵੇਂ ਹੁਣ ਹਰ ਇੱਕ ਬੰਦਾ ਕਹਿੰਦਾ ਵੀ ਆਨਲਾਈਨ ਜਾਓ ਤੇ ਆਪਾਂ ਕਰ ਲਈਏ, ਤਾਂ ਆਪਾਂ ਆਪ ਹੀ ਅਪਲਾਈ ਕਰ ਲਈਏ, ਤਾਂ ਉਹਦੇ ਵਿੱਚ ਕੀ ਤੁਸੀਂ ਉਹਦਾ ਕੀ ਸੋਲਿਊਸ਼ਨ ਕੱਢ ਸਕਦੇ ਹੋ? ਵਾਲੀ ਸਾਹਿਬ ਬਿਲਕੁਲ ਉਹਦੇ ਵਿੱਚ ਕੀ ਹੈ ਕਿ ਜੇਕਰ ਕਿਸੇ ਦੀ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਕਿਸੇ ਐਪਲੀਕੈਂਟ ਦੀ, ਜੀ ਕੁਝ ਸਿਚੁਏਸ਼ਨਸ ਦੇ ਵਿੱਚ ਐਪਲੀਕੈਂਟ ਰੀਅਪਲਾਈ ਕਰ ਸਕਦਾ ਵਾ, ਪਰ ਰੀਅਪਲਾਈ ਕਰਨਾ ਉਦੋਂ ਹੀ ਜਾਇਜ਼ ਆ ਜਦੋਂ ਐਪਲੀਕੈਂਟ ਦੇ ਕੋਲ ਨਵੀਂ ਇਨਫੋਰਮੇਸ਼ਨ ਹੈਗੀ ਆ। ਕਿਉਂਕਿ ਜੇਕਰ ਤੁਸੀਂ ਉਹੀ ਇਨਫੋਰਮੇਸ਼ਨ ਦੁਬਾਰਾ ਡਿਪਾਰਟਮੈਂਟ ਨੂੰ ਦਿਓਗੇ, ਹੋ ਸਕਦਾ ਡਿਪਾਰਟਮੈਂਟ ਦੁਬਾਰਾ ਰਿਜੈਕਟ ਕਰ ਦੇਵੇ। ਜੀ ਜੇਕਰ ਕੋਈ ਨਵੀਂ ਇਨਫੋਰਮੇਸ਼ਨ ਹੈਗੀ ਆ, ਐਪਲੀਕੈਂਟ ਰੀਅਪਲਾਈ ਕਰ ਸਕਦਾ। ਉਸ ਤੋਂ ਇਲਾਵਾ ਜੇਕਰ ਕਿਸੇ ਐਪਲੀਕੈਂਟ ਨੂੰ ਲੱਗਦਾ ਵਾ ਕਿ ਇਮੀਗ੍ਰੇਸ਼ਨ ਆਫਿਸਰ ਨੇ ਉਹਦੀ ਐਪਲੀਕੇਸ਼ਨ ਦੀ ਜਿਹੜੀ ਅਸੈਸਮੈਂਟ ਹੈਗੀ ਆ ਉਹ ਪ੍ਰੋਪਰਲੀ ਨਹੀਂ ਕੀਤੀ, ਜੀ, ਤੇ ਐਪਲੀਕੇਸ਼ਨ ਦਾ ਡਿਸੀਜਨ ਜਿਹੜਾ ਵਾ ਉਹ ਗਲਤ ਦਿੱਤਾ ਵਾ, ਉਸ ਕੇਸ ਦੇ ਵਿੱਚ ਐਪਲੀਕੈਂਟ ਫੈਡਰਲ ਕੋਰਟ ਦੇ ਵਿੱਚ ਜੁਡੀਸ਼ੀਅਲ ਰਿਵਿਊ ਦੀ ਐਪਲੀਕੇਸ਼ਨ ਲਗਾ ਸਕਦਾ ਵਾ, ਚੈਲੰਜ ਕਰ ਸਕਦਾ ਵਾ ਇਮੀਗ੍ਰੇਸ਼ਨ ਆਫਿਸਰ ਦੇ ਡਿਸੀਜਨ ਨੂੰ। ਜੀ, ਇਹਦਾ ਮਤਲਬ ਕਿ ਕੁਝ ਜਿਹੜੇ ਹੈਗੇ ਲਿਮਿਟਡ ਕ੍ਰਾਈਟੇਰੀਆ ਹੈਗੇ ਨੇ ਵੀ ਕਿਸੇ ਕ੍ਰਾਈਟੇਰੀਆ ਦੇ ਵਿੱਚ ਅਗਰ ਉਹਨਾਂ ਦੀ ਰਿਜੈਕਸ਼ਨ ਹੋਈ ਹੈ ਤਾਂ ਤੁਹਾਨੂੰ ਜ਼ਿਆਦਾਤਰ ਲੱਗਦਾ ਕੀ ਹੈ ਵੀ ਅਗਰ ਕਿਸੇ ਨੇ ਐਪਲੀਕੇਸ਼ਨ ਜਦੋਂ ਅਪਲਾਈ ਕਰਦੇ ਹਾਂ ਆਪਾਂ ਤਾਂ ਕੁਝ ਪੁਆਇੰਟਸ ਹੁੰਦੇ ਨੇ, ਤਾਂ ਤੁਹਾਡੇ ਅਗਰ ਆਪਾਂ ਗੱਲ ਕਰਦੇ ਹਾਂ ਵੀ ਕਿਹੜੇ ਪੁਆਇੰਟਸ ਨੂੰ ਮੇਨ ਹਾਈਲਾਈਟ ਕਰਕੇ ਦੇਖਿਆ ਜਾਂਦਾ ਜਾਂ ਕਿਹਨਾਂ ਕਾਰਨਾਂ ਕਰਕੇ ਜਿਹੜੀ ਰਿਜੈਕਸ਼ਨਸ ਦੇਖਣ ਦੇ ਵਿੱਚ ਮਿਲਦੀਆਂ ਨੇ ਇਹਨਾਂ ਨੂੰ? ਸਭ ਤੋਂ ਪਹਿਲਾਂ ਤਾਂ ਗੱਲ ਇਹ ਹੁੰਦੀ ਹੈ ਕਿ ਜਿਹੜਾ ਵੀ ਐਪਲੀਕੈਂਟ ਐਪਲੀਕੇਸ਼ਨ ਲਗਾਉਂਦਾ ਨਾ, ਉਹ ਐਪਲੀਕੈਂਟ ਕਈ ਵਾਰ ਕੀ ਰਿਸਰਚ ਹੀ ਨਹੀਂ ਕਰਦਾ ਕਿ ਕੀ ਰਿਕੁਆਇਰਮੈਂਟਸ ਹੈਗੀਆਂ ਐਪਲੀਕੇਸ਼ਨ ਦੀਆਂ। ਰਾਈਟ। ਸੋ ਜਿੰਨੇ ਪ੍ਰੋਗਰਾਮਸ ਹੈਗੇ ਆ ਡਿਪਾਰਟਮੈਂਟ ਨੇ, ਜਿੰਨੇ ਪ੍ਰੋਗਰਾਮਸ ਬਣਾਏ, ਜਿੰਨੀਆਂ ਐਪਲੀਕੇਸ਼ਨਸ ਬਣਾਈਆਂ ਵਾ, ਹਰ ਇੱਕ ਐਪਲੀਕੇਸ਼ਨ ਦਾ ਇੱਕ ਅਲੱਗ ਹੀ ਮਾਪਦੰਡ ਹੈਗਾ ਵਾ, ਅਲੱਗ ਕ੍ਰਾਈਟੇਰੀਆ ਹੈਗਾ ਵਾ। ਸੋ ਉਹਨਾਂ ਦੀਆਂ ਰਿਕੁਆਇਰਮੈਂਟ ਸਭ ਤੋਂ ਪਹਿਲਾਂ ਤਾਂ ਐਪਲੀਕੈਂਟ ਨੂੰ ਚਾਹੀਦਾ ਵਾ ਕਿ ਕਿਸੇ ਵੀ ਐਪਲੀਕੇਸ਼ਨ ਨੂੰ ਲਗਾਉਣ ਤੋਂ ਪਹਿਲਾਂ ਪ੍ਰੋਪਰ ਰਿਸਰਚ ਕੀਤੀ ਜਾਵੇ ਕਿ ਉਸ ਐਪਲੀਕੇਸ਼ਨ ਦੀਆਂ ਰਿਕੁਆਇਰਮੈਂਟਸ ਕੀ ਹੈਗੀਆਂ, ਜੀ, ਉਸ ਤੋਂ ਬਾਅਦ ਇੱਕ ਕੰਪਲੀਟ ਤੇ ਪ੍ਰੋਪਰ ਐਪਲੀਕੇਸ਼ਨ ਜਿਹੜੀ ਹੈਗੀ ਆ ਸਬਮਿਟ ਕੀਤੀ ਜਾਵੇ। ਜੀ, ਜ਼ਿਆਦਾਤਰ ਜਿਹੜੀਆਂ ਰਿਜੈਕਸ਼ਨਸ ਹੁੰਦੀਆਂ ਉਹਦੇ ਵਿੱਚ ਇਹੀ ਕਾਰਨ ਹੁੰਦਾ ਵਾ ਕਿ ਪ੍ਰੋਪਰ ਇਨਫੋਰਮੇਸ਼ਨ ਹੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਡਿਪਾਰਟਮੈਂਟ ਨੂੰ, ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਫੁੱਲਫਿਲ ਨਹੀਂ ਕੀਤੀਆਂ ਜਾਂਦੀਆਂ, ਜਿਹਦੇ ਕਰਕੇ ਡਿਪਾਰਟਮੈਂਟ ਕਈ ਵਾਰੀ ਇਨਫੋਰਮੇਸ਼ਨ ਦੀ ਡਿਮਾਂਡ ਕਰਦਾ ਐਪਲੀਕੈਂਟ ਕੋਲੋਂ, ਐਪਲੀਕੈਂਟ ਪ੍ਰੋਪਰਲੀ ਜਾਂ ਟਾਈਮ ਸਿਰ ਇਨਫੋਰਮੇਸ਼ਨ ਨਹੀਂ ਦੇ ਪਾਉਂਦਾ, ਜਾਂ ਐਪਲੀਕੈਂਟ ਨੂੰ ਪ੍ਰੋਪਰ ਗਾਈਡੈਂਸ ਨਹੀਂ ਕੋਈ ਦਿੰਦਾ, ਜਿਹਦੇ ਕਰਕੇ ਇਨਫੋਰਮੇਸ਼ਨ ਗਲਤ ਦਿੱਤੀ ਜਾਂਦੀ ਆ। ਸੋ ਇਹਨਾਂ ਕਾਰਨਾਂ ਕਰਕੇ ਜਿਹੜੀ ਆ ਐਪਲੀਕੇਸ਼ਨ ਐਪਲੀਕੈਂਟ ਦੀ ਰਿਜੈਕਟ ਹੋ ਜਾਂਦੀ ਹੈ। ਜੀ, ਬਿਲਕੁਲ। ਤਾਂ ਇਹ ਚੀਜ਼ਾਂ ਦੋਸਤੋ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਲੇਕਿਨ
ਤੁਹਾਡੇ ਨਾਲ ਅਸੀਂ ਇਹੀ ਤੁਹਾਨੂੰ ਕਹਿੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਜਿੱਦਾਂ ਵੀਜ਼ਾ ਦੇ ਰਿਲੇਟਡ ਕੋਈ ਕੁਐਰੀ ਹੈਗੀ ਹੈ, ਸਪੈਸ਼ਲੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ HNC ਐਪਲੀਕੇਸ਼ਨ ਦੇ ਬਾਰੇ ਵਿੱਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਬਿਕਰਮਜੀਤ ਸਿੰਘ ਜੀ ਤੋਂ ਸਵਾਲ ਪੁੱਛਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ। ਅਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਇਹਨਾਂ ਦਾ ਫ਼ੋਨ ਨੰਬਰ, ਕੰਟੈਕਟ ਨੰਬਰ ਤੇ ਐਡਰੈਸ ਵੀ ਜਿਹੜਾ ਹੈਗਾ ਆਫਿਸ ਦਾ ਦੇਵਾਂਗੇ। ਐਡਮਿੰਟਨ ਦੀ ਗੱਲ ਕਰਦੇ ਹਾਂ ਅਸੀਂ, ਅਲਬਰਟਾ ਐਡਮਿੰਟਨ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਸ਼ੋਜ਼ ਨੂੰ ਅਸੀਂ ਅਲਬਰਟਾ ਦੇ ਵਿੱਚ ਅਸੀਂ ਇਸ ਕਰਕੇ ਪ੍ਰੈਜ਼ੈਂਟ ਕਰਦੇ ਹਾਂ ਕਿ ਇੱਥੇ ਬਹੁਤ ਬੜੀ ਦਰਸ਼ਕਾਂ ਦੀ ਇੱਕ ਡਿਮਾਂਡ ਸੀ ਕਿ ਉਹਨਾਂ ਨੂੰ ਘਰੇ ਬੈਠੇ ਬਿਠਾਏ ਇਮੀਗ੍ਰੇਸ਼ਨ ਦੇ ਜਿਹੜੇ ਹੈਗੇ ਨੇ ਕਾਨੂੰਨਾਂ ਬਾਰੇ ਜਾਂ ਇਸ ਤੋਂ ਇਲਾਵਾ ਵੀਜ਼ਾਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਜਿਹੜੇ ਸਾਡੇ ਸਟੂਡੈਂਟ ਭਰਾ ਨੇ ਜਾਂ ਫਿਰ ਜਿਹੜੇ ਵਰਕ ਪਰਮਿਟਸ 'ਤੇ ਨੇ ਜਾਂ ਜਿਹੜੇ LMI ਲੈਣਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਲੋਕੀ ਉਹ ਨੇ ਆਪਣੇ ਭੈਣ ਭਰਾਵਾਂ ਨੂੰ ਬੁਲਾਉਣਾ ਚਾਹੁੰਦੇ ਨੇ, ਫੈਮਿਲੀ ਨੂੰ ਬੁਲਾਉਣਾ ਚਾਹੁੰਦੇ ਨੇ ਟੂਰਿਸਟ ਵੀਜ਼ਾ ਦੇ ਉੱਤੇ, ਵਿਜ਼ਟਰ ਵੀਜ਼ਾ 'ਤੇ, ਸੁਪਰ ਵੀਜ਼ਾ ਦੇ ਉੱਤੇ ਜਾਂ ਫਿਰ ਇਸ ਤੋਂ ਇਲਾਵਾ ਕੰਮਕਾਜ ਦੇ ਉੱਤੇ, ਇਸ ਜਿਹੜਾ ਸ਼ੋਅ ਹੈਗਾ ਸਾਡਾ 7 ਸਮੁੰਦਰੋਂ ਪਾਰ, ਇਹ ਇਸੇ ਹਰ ਇੱਕ ਤਰ੍ਹਾਂ ਦੇ ਵੀਜ਼ਾਸ ਦੇ ਉੱਤੇ ਆਧਾਰਿਤ ਅਸੀਂ ਗੱਲਬਾਤ ਕਰਾਂਗੇ। ਤਾਂ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਲਗਾਤਾਰ ਜੁੜੇ ਰਹੋ ਤਾਂ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਰਹੇ। ਸਾਡੇ ਨਾਲ ਅੱਜ ਬਿਕਰਮਜੀਤ ਸਿੰਘ ਜੀ ਨੇ ਜਿਹੜੇ ਕਿ ਬੈਰਿਸਟਰ ਐਂਡ ਸੋਲੀਸਿਟਰ ਨੇ, ਸਪੈਸ਼ਲੀ BK ਲਾਅ ਆਫਿਸ ਤੋਂ, ਤਾਂ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਅੱਛਾ ਸਰ, ਕੁਝ ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਐਪਲੀਕੇਸ਼ਨ ਜਾਂ ਜਦੋਂ ਉਹ ਅਪਲਾਈ ਕਰਦੇ ਨੇ ਕੁਝ ਕੀ ਚੀਜ਼ਾਂ ਦਾ ਧਿਆਨ ਰੱਖਣਾ, ਕੁਝ ਸਪੈਸ਼ਲ ਇੰਸਟਰਕਸ਼ਨਸ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੇ ਕਈਆਂ ਨੇ ਅਪਲਾਈ ਕੀਤਾ ਹੋਣਾ ਜਾਂ ਕਰਨਾ ਚਾਹੁੰਦੇ ਨੇ ਜਾਂ ਇਸ ਐਪਲੀਕੇਸ਼ਨ ਦੇ ਬਾਰੇ ਸੋਚਦੇ ਨੇ? ਇਹਦੇ ਵਿੱਚ ਕਾਫੀ ਫੈਕਟਰਸ ਹੈਗੇ, ਜਿਸ ਤਰ੍ਹਾਂ ਜਿਹੜੇ ਮੈਂ ਫੈਕਟਰਸ ਦੱਸੇ ਆ, ਇੱਕ ਤੇ ਉਹਨਾਂ ਫੈਕਟਰਸ ਦਾ ਧਿਆਨ ਰੱਖਣ। ਉਸ ਤੋਂ ਇਲਾਵਾ ਜੇਕਰ ਕਿਸੇ ਦਾ ਕੋਈ ਕੁਐਸਚਨ ਹੈਗਾ ਉਹ ਤੁਹਾਡੇ ਮਾਧਿਅਮ ਦੇ ਰਾਹੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਮੈਂ ਉਹਨਾਂ ਦੀ ਐਪਲੀਕੇਸ਼ਨ ਇੱਕ ਵਾਰੀ ਰਿਵਿਊ ਕਰ ਸਕਦਾ ਜੇ ਉਹਨਾਂ ਨੇ ਆਪ ਪ੍ਰਪੇਅਰ ਕੀਤੀ ਹੋਈ ਹੈ, ਜੇਕਰ ਉਸ ਐਪਲੀਕੇਸ਼ਨ ਦੇ ਵਿੱਚ ਕੋਈ ਇਨਫੋਰਮੇਸ਼ਨ ਮਿਸਿੰਗ ਹੋਊਗੀ, ਕਿਉਂਕਿ ਜਿਹੜੀ ਇਹ ਐਪਲੀਕੇਸ਼ਨ ਹੈਗੀ ਆ ਇਹ ਬੜੀ ਐਕਸੈਪਸ਼ਨਲ ਜੀ ਐਪਲੀਕੇਸ਼ਨ, ਇੱਕ ਰੈਗੂਲਰ ਐਪਲੀਕੇਸ਼ਨ ਨਹੀਂ ਹੈਗੀ। ਸੋ ਇਸ ਐਪਲੀਕੇਸ਼ਨ ਵਾਸਤੇ ਜੇਕਰ ਆਪਾਂ ਦੇਖੀਏ ਕਿ ਦੂਸਰੀ ਕੋਈ ਵੀ ਇੱਕ ਰੈਗੂਲਰ ਐਪਲੀਕੇਸ਼ਨ ਹੈਗੀ, ਜੇ ਉਹਦੇ ਉੱਪਰ ਅੱਧਾ ਜਿੰਨਾ ਟਾਈਮ ਲੱਗਦਾ ਉਹ ਤੋਂ 2 ਗੁਣਾ ਵੱਧ ਹੀ ਇਸ ਐਪਲੀਕੇਸ਼ਨ ਤੇ ਟਾਈਮ ਲੱਗਦਾ, ਕਿਉਂਕਿ ਇਸ ਐਪਲੀਕੇਸ਼ਨ ਦੇ ਵਿੱਚ ਡਿਪਾਰਟਮੈਂਟ ਤੁਹਾਡੇ ਕੋਲੋਂ ਬਾਰ-ਬਾਰ ਕੋਈ ਇਨਫੋਰਮੇਸ਼ਨ ਨਹੀਂ ਮੰਗਦਾ। ਤੁਸੀਂ ਜੋ ਇਨਫੋਰਮੇਸ਼ਨ ਦੇਣੀ ਆ ਇੱਕ ਵਾਰੀ ਤੁਸੀਂ ਦੇ ਦਿਓ, ਉਹ ਡਿਪਾਰਟਮੈਂਟ ਕੋਲ ਤੁਹਾਡੀ ਐਪਲੀਕੇਸ਼ਨ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਡਿਪਾਰਟਮੈਂਟ ਕੰਸੀਡਰ ਕਰਦਾ, ਕੁਝ ਵੈਰੀ ਲਿਮਿਟਡ ਸਰਕਮਸਟੈਂਸਸ ਹੁੰਦੇ ਆ ਜਦੋਂ ਤੁਸੀਂ ਅਪਡੇਟ ਉਹਦੀ ਕਰ ਸਕਦੇ ਜੋ, ਜਾਂ ਡਿਪਾਰਟਮੈਂਟ ਤੁਹਾਡੇ ਕੋਲ ਇਨਫੋਰਮੇਸ਼ਨ ਮੰਗ ਸਕਦਾ। ਸੋ ਇਸ ਕਰਕੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਮੈਂ ਇਹ ਕਹੂੰਗਾ ਕਿ ਇਹਨੂੰ ਬੜੀ ਸੀਰੀਅਸਲੀ ਲਿਆ ਜਾਵੇ ਤੇ ਬੜੇ ਧਿਆਨ ਦੇ ਨਾਲ ਇਹਨਾਂ ਦੀ ਇਹ ਐਪਲੀਕੇਸ਼ਨ ਨੂੰ ਪ੍ਰਪੇਅਰ ਕੀਤਾ ਜਾਵੇ, ਪ੍ਰੋਪਰ ਰਿਸਰਚ ਕੀਤੀ ਜਾਵੇ ਸਬਮਿਸ਼ਨ ਤੋਂ ਪਹਿਲਾਂ, ਤਾਂ ਕਿ ਕੋਈ ਵੀ ਪੁਆਇੰਟ ਜਿਹੜਾ ਵਾ ਉਹ ਰਹਿ ਨਾ ਜਾਵੇ ਜਿਹਨੂੰ ਐਡਰੈਸ ਨਾ ਕੀਤਾ ਗਿਆ ਹੋਵੇ ਐਪਲੀਕੇਸ਼ਨ ਦੇ ਵਿੱਚ। ਰਾਈਟ। ਅੱਛਾ, ਇਹ ਜਿਹੜਾ ਅੱਜ ਅਸੀਂ HNC ਐਪਲੀਕੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ, ਤੁਹਾਨੂੰ ਅਗਰ ਕਿਸੇ ਨੇ ਰਾਬਤਾ ਕਾਇਮ ਕਰਨਾ, ਕੰਟੈਕਟ ਕਰਨਾ ਹੈ ਤਾਂ ਕਿਸੇ ਇਮੀਗ੍ਰੇਸ਼ਨ, ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਵਿੱਚ ਜਾਂ ਕਿਸੇ ਵੀ ਤੁਹਾਨੂੰ ਇਮੀਗ੍ਰੇਸ਼ਨ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਨੇ ਤੁਹਾਡੀ ਸਰਵਿਸਿਜ਼ ਦੇ ਲਈ, ਉਹ ਕਿੱਦਾਂ ਕੰਟੈਕਟ ਕਰ ਸਕਦੇ ਨੇ, ਤੁਹਾਡੇ ਨਾਲ ਕਿੱਦਾਂ ਰੀਚ ਕਰ ਸਕਦੇ ਨੇ? ਬਿਲਕੁਲ ਜੀ, ਮੈਨੂੰ ਉਹ ਕੰਟੈਕਟ ਕਰ ਸਕਦੇ। ਮੇਰਾ ਫੋਨ ਨੰਬਰ ਹੈਗਾ ਜੀ 7807290007। ਉਹ ਮੇਰੇ ਆਫਿਸ ਵਿੱਚ ਆ ਕੇ ਮੈਨੂੰ ਮਿਲ ਸਕਦੇ, ਮੈਨੂੰ ਵਿਜ਼ਿਟ ਕਰ ਸਕਦੇ। ਮੇਰਾ ਆਫਿਸ ਹੈਗਾ ਜੀ 9327 63 ਐਵਨਿਊ ਨਾਰਥ ਵੈਸਟ, ਐਡਮਿੰਟਨ ਅਲਬਰਟਾ ਦੇ ਵਿੱਚ ਹੈਗਾ। ਮੈਨੂੰ ਆਫਿਸ ਆ ਕੇ ਮਿਲ ਸਕਦੇ ਆ। ਇਸ ਤੋਂ ਇਲਾਵਾ ਮੇਰੇ ਫੇਸਬੁੱਕ ਪੇਜ ਹੈਗਾ ਜੀ BK ਲਾਅ ਆਫਿਸ। ਮੈਂ ਉਹਦੇ ਉੱਪਰ ਅਕਸਰ ਇਮੀਗ੍ਰੇਸ਼ਨ ਦੀ ਜੋ ਵੀ ਅਪਡੇਟ ਵਗੈਰਾ ਆਉਂਦੀ ਮੈਂ ਪੋਸਟ ਕਰਦਾ ਰਹਿਣਾ, ਉੱਥੇ ਵੀ ਮੇਰੇ ਨਾਲ ਉਹ ਕਨੈਕਟ ਕਰ ਸਕਦੇ ਆਪਣੇ ਆਪ ਨੂੰ। ਸੋ ਬਾਕੀ ਤਾਂ ਮੈਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਜ਼ਰੂਰ ਜੀ ਕੋਸ਼ਿਸ਼ ਅਸੀਂ ਕਰਦੇ ਰਹਾਂਗੇ ਕਿ ਸਰ ਨੂੰ ਇੱਥੇ ਅਸੀਂ ਪ੍ਰੋਗਰਾਮ ਦੇ ਰਾਹੀਂ ਬੁਲਾਉਂਦੇ ਰਹੀਏ। ਤਾਂ ਹੀ ਤੁਹਾਨੂੰ ਕਹਿ ਰਹੇ ਕਿ ਤੁਸੀਂ ਆਪਣੇ ਸਵਾਲ ਹੈਗੇ ਨੇ, ਤੁਹਾਨੂੰ ਦੋਸਤੋ ਇੱਥੇ ਬੈਠੇ ਬਿਠਾਏ ਤੁਹਾਨੂੰ ਜੇਕਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਫ੍ਰੀ ਆਫ ਕਾਸਟ ਤੁਹਾਨੂੰ ਇੱਥੇ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਜਾਣਗੇ। ਰੈਗੂਲਰ ਤੁਸੀਂ ਸਾਡੇ ਨਾਲ ਬਣ ਸਕਦੇ ਹੋ। ਅੱਛਾ ਸਰ, ਇੱਕ ਦਫਾ ਫੇਰ ਦੁਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਇਸ ਤੋਂ ਇਲਾਵਾ, ਇਹ ਤਾਂ HNC ਐਪਲੀਕੇਸ਼ਨ ਤੋਂ ਇਲਾਵਾ ਹੋਰ ਖਾਸ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ, ਜਾਂ ਤੁਸੀਂ ਕਿਸੇ ਵੀਜ਼ਾ ਦੇ ਉੱਤੇ ਜ਼ਿਆਦਾ ਗੱਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੀ ਵੀ ਖਾਸ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ? ਇਸ ਤੋਂ ਇਲਾਵਾ ਜੀ ਇਮੀਗ੍ਰੇਸ਼ਨ ਦੇ ਨਾਲ ਨਾਲ ਮੈਂ ਮੋਟਰ ਵਹੀਕਲ ਇੰਜਰੀ ਕਲੇਮਸ ਦੇ ਨਾਲ ਵੀ ਡੀਲ ਕਰਦਾ। ਉਸ ਤੋਂ ਬਾਅਦ ਸਿਵਲ ਲਿਟੀਗੇਸ਼ਨ ਦੇ ਨਾਲ ਵੀ ਡੀਲ ਕਰਦਾ। ਪ੍ਰਾਇਮਰੀਲੀ ਮੇਰੀ ਜਿਹੜੀ ਪ੍ਰੈਕਟਿਸ ਹੈਗੀ ਉਹ ਇਮੀਗ੍ਰੇਸ਼ਨ ਦੇ ਉੱਪਰ ਬੇਸਡ ਆ ਤੇ ਮੋਟਰ ਵਹੀਕਲ ਇੰਜਰੀ ਦੇ ਜਿਹੜੇ ਕਲੇਮਸ ਹੈਗੇ ਉਹਦੇ ਉੱਪਰ ਬੇਸਡ ਹੈਗੀ ਆ। ਇਹਦੇ ਨਾਲ ਨਾਲ ਰਿਫਿਊਜੀ ਕਲੇਮਸ ਵਗੈਰਾ ਹੁੰਦੇ ਆ, ਰਿਫਿਊਜੀ ਅਪੀਲਸ ਹੋ ਗਈਆਂ। ਜੇ ਕਿਸੇ ਨੇ ਕੋਈ ਸਪਾਊਸਲ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਲਗਾਈ ਆ ਉਹ ਰਿਜੈਕਟ ਹੋ ਜਾਂਦੀ ਆ। ਜੇਕਰ ਕਿਸੇ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ ਉਹਦਾ ਸਟੱਡੀ ਵੀਜ਼ਾ ਰਿਜੈਕਟ ਹੋ ਜਾਂਦਾ ਵਾ। ਸੋ ਰਿਜੈਕਸ਼ਨ ਵਾਲੀਆਂ ਐਪਲੀਕੇਸ਼ਨਸ ਜਿਹੜੀਆਂ ਹੁੰਦੀਆਂ ਉਹਨਾਂ ਦਾ ਜਿੰਨਾ ਕੋਰਟ ਵਰਕ ਹੈਗਾ ਉਹ ਅਸੀਂ ਕਾਫੀ ਡੀਲ ਕਰਦੇ ਹਾਂ ਉਹਦੇ ਨਾਲ। ਉਸ ਤੋਂ ਇਲਾਵਾ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਸ ਹੁੰਦੀਆਂ ਅਸੀਂ ਉਹਨਾਂ ਨਾਲ ਡੀਲ ਕਰਦੇ, ਕਿਉਂਕਿ ਇਹ ਇਮੀਗ੍ਰੇਸ਼ਨ ਇੱਕ ਬੜਾ ਵਾਈਡ ਏਰੀਆ ਹੈਗਾ। ਸੋ ਇਹ ਬੜਾ ਹਾਰਡ ਆ ਕਿ ਤੁਸੀਂ ਇਹਨੂੰ ਕੰਸਾਈਜ਼ ਜਿਹਾ ਕਰਕੇ ਐਕਸਪਲੇਨ ਕਰ ਸਕੋ। ਜੀ ਬਿਲਕੁਲ, ਅਸੀਂ ਤੁਹਾਨੂੰ ਬੁਲਾਉਂਦੇ ਰਵਾਂਗੇ ਕਿਉਂਕਿ ਅਸੀਂ ਡਿਟੇਲ ਦੇ ਨਾਲ ਹਰ ਇੱਕ ਵੀਜ਼ਾ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ। ਤਾਂ ਤੁਸੀਂ ਕਿਸ ਤਰ੍ਹਾਂ ਦੇ ਵੀਜ਼ਾ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਦੱਸੋ, ਤਾਂ ਕਿ ਸਾਡੇ ਜਿਹੜੇ ਐਕਸਪਰਟ ਆਉਂਦੇ ਨੇ ਆਪਣਾ ਕੀਮਤੀ ਸਮਾਂ ਲੈ ਕੇ ਆਉਂਦੇ। ਤੁਹਾਨੂੰ ਪਤਾ ਕਿ ਇਹਨਾਂ ਕੰਟਰੀ ਦੇ
ਵਿੱਚ ਸਮੇਂ ਦੀ ਬਹੁਤ ਵੈਲਿਊ ਹੈ। ਤਾਂ ਇਸ ਕਰਕੇ ਤੁਸੀਂ ਸਾਨੂੰ ਜਿੰਨੇ ਸਵਾਲ ਭੇਜੋਗੇ ਅਸੀਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਪਲੇਟਫਾਰਮ ਤੇ ਤੁਹਾਡੇ ਦੇਣ ਦੇ ਵਚਨਬੱਧ ਹਾਂ। ਇਸ ਕਰਕੇ ਜਿੰਨੇ ਤੁਸੀਂ ਸਵਾਲ ਭੇਜ ਸਕਦੇ ਹੋ ਸਾਨੂੰ ਭੇਜੋ, ਕਮੈਂਟ ਕਰੋ, ਸਾਡੇ YouTube ਚੈਨਲ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ, ਲਾਈਕ ਕਰੋ, ਤਾਂ ਕਿ ਤੁਹਾਨੂੰ ਘਰੇ ਬੈਠੇ ਬਿਠਾਏ ਸਾਡੇ ਜਿਹੜੇ ਇਸ ਹਨੀ ਵਾਲੀਆਂ ਸ਼ੋਜ਼ ਦੇ ਜਿਹੜੇ ਅਲੱਗ-ਅਲੱਗ ਟੌਪਿਕ ਨੇ, ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਅਸੀਂ, ਉਹ ਤੁਹਾਡੇ ਰੂਬਰੂ ਕਰ ਸਕੀਏ। ਤੁਹਾਡੇ ਵਿੱਚੋਂ ਤੁਸੀਂ ਵੀ ਕਿਸੇ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਜ਼ਰੂਰ ਦਿੱਤੀ ਜਾਏਗੀ। ਤਾਂ ਬਿਕਰਮ ਜੀ, ਤੁਸੀਂ ਕੋਈ ਮੈਸੇਜ ਦੇ ਤੌਰ ਤੇ ਸਾਡੇ ਦਰਸ਼ਕਾਂ ਦੇ ਲਈ ਕੁਝ ਟਿਪਸ ਦੇਣਾ ਚਾਹੁੰਦੇ ਹੋ ਕਿ ਜਿਹੜਾ ਹੈਗਾ ਬਿਕਰਮਜੀਤ ਸਿੰਘ ਬੈਰਿਸਟਰ ਐਂਡ ਸੋਲੀਸਿਟਰ ਅਲੱਗ ਕਿੱਦਾਂ ਹੈਗਾ ਸਰਵਿਸਿਜ਼ ਦੇ ਵਿੱਚ, ਤੁਸੀਂ ਡਿਫਰੈਂਟ ਕਿੱਦਾਂ? ਅਲੱਗ ਜੀ, ਸਭ ਤੋਂ ਪਹਿਲੀ ਗੱਲ ਕਿ ਮੈਂ ਮਿੰਟਸ ਦੇ ਹਿਸਾਬ ਨਾਲ ਚਾਰਜ ਨਹੀਂ ਕਰਦਾ, ਆਵਰਸ ਦੇ ਹਿਸਾਬ ਨਾਲ ਚਾਰਜ ਨਹੀਂ ਕਰਦਾ, ਠੀਕ ਹੈ, ਜੋ ਕਿ ਇੱਥੇ ਦਾ ਇੱਕ ਤਰ੍ਹਾਂ ਦਾ ਸਿਸਟਮ ਹੈ। ਮੈਂ ਉਸ ਹਿਸਾਬ ਨਾਲ ਚਾਰਜ ਨਹੀਂ ਕਰਦਾ। ਮੇਰੇ ਕੋਲ ਜੇਕਰ ਕਿਸੇ ਦਾ ਕੋਈ ਛੋਟਾ ਮੋਟਾ ਕੋਈ ਸਵਾਲ ਹੈਗਾ, ਕਿਸੇ ਨੇ ਮੈਨੂੰ ਕੋਈ ਕੁਐਸਚਨ ਪੁੱਛਣਾ, ਮੈਂ ਫੋਨ ਦੇ ਉੱਪਰ ਪੁੱਛ ਸਕਦਾ, ਕਿਉਂਕਿ ਜੇਕਰ ਮੈਂ ਇਸ ਪੋਜੀਸ਼ਨ ਦੇ ਉੱਪਰ ਆਇਆ ਵਾਂ ਕਿ ਮੈਂ ਸੁਸਾਇਟੀ ਦੀ ਕੋਈ ਸੇਵਾ ਕਰ ਸਕਦਾ ਵਾਂ, ਤੇ ਮੈਂ ਬੜਾ ਖੁਸ਼ਨਸੀਬ ਹਾਂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ। ਸੋ ਜੇਕਰ ਕਿਸੇ ਦਾ ਕੋਈ ਵੀ ਛੋਟਾ ਮੋਟਾ ਸਵਾਲ ਹੈਗਾ, ਮੈਨੂੰ ਫੋਨ ਦੇ ਉੱਪਰ ਪੁੱਛ ਸਕਦੇ ਆ। ਜੇਕਰ ਆਫਿਸ ਵਿੱਚ ਵੀ ਆ ਕੇ ਮਿਲਣਾ ਚਾਹੁੰਦੇ, ਬੇਸ਼ੱਕ ਆ ਕੇ ਮਿਲਣ, ਕੋਈ ਵੀ ਉਹਨਾਂ ਦਾ ਸਵਾਲ ਹੋਵੇ ਮੈਂ ਉਹਨਾਂ ਦੇ ਸਵਾਲ ਦਾ ਜਵਾਬ ਦਊਂਗਾ। ਉਸ ਤੋਂ ਇਲਾਵਾ ਜੇਕਰ ਕਿਸੇ ਨੇ ਕੋਈ ਐਪਲੀਕੇਸ਼ਨ ਪ੍ਰਪੇਅਰ ਕੀਤੀ ਹੋਈ ਆ, ਜੇਕਰ ਮੈਨੂੰ ਚਾਹੁੰਦੇ ਆ ਕਿ ਮੈਂ ਉਹਨਾਂ ਦੀ ਐਪਲੀਕੇਸ਼ਨ ਰਿਵਿਊ ਕਰਾਂ, ਸੋ ਮੈਂ ਉਹਨਾਂ ਦੀ ਐਪਲੀਕੇਸ਼ਨ ਜੋ ਵੀ ਨੋਮੀਨਲ ਚਾਰਜ ਹੋਊਗਾ ਲੈ ਕੇ ਉਹ ਰਿਵਿਊ ਕਰ ਸਕਦਾ ਵਾਂ। ਜੀ ਬਿਲਕੁਲ, ਇਸ ਤਰ੍ਹਾਂ ਦੀ ਸਰਵਿਸਿਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜੀ ਹੈਗੀ ਗੱਲਬਾਤ ਅਸੀਂ ਇੰਨੀ ਹੀ ਕਰਾਂਗੇ। ਅਗਲੇ ਪ੍ਰੋਗਰਾਮਾਂ ਨੂੰ ਤੁਸੀਂ ਦੇਖਣ ਦੇ ਸਾਡੇ ਜਿਹੜੇ ਹੈਗੇ ਨੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਹਨੀ ਵਾਲੀਆ ਸ਼ੋਜ਼ ਨੂੰ, ਇਸ ਦੇ ਨਾਲ ਫੇਸਬੁੱਕ ਪੇਜ ਨੂੰ ਲਾਈਕ ਕਰੋ, ਤਾਂ ਕਿ ਤੁਹਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਮਿਲਦੀ ਰਹੇ। ਬਿਕਰਮ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਆਉਣ ਦੇ ਲਈ। ਤਾਂ ਦੋਸਤੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।